ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀ ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਬਖਾਣੀਐ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬਜਾਏ ਜੀਓ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ। ਪੂਜਸ ਨਾਹੀ ਹਰਿ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਬਖਿਆਨ। ਜੋਗ ਵਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ। ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ। ਸਰੀਰ ਕਟਾਏ ਹੋਮੈ ਕਰ ਰਾਤੀ। ਵਰਤ ਨੇਮ ਕਰੇ ਬਹੁ ਭਾਂਤੀ, ਨਹੀਂ ਤੁਲ ਰਾਮ ਨਾਮ ਵਿਚਾਰ। ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀ ਸਰ ਥੀਵੈ। ਆਗਨ ਮਾਏ ਹੂਮਤ ਪ੍ਰਾਨ, ਅਨੇਕ ਅਸ਼ਭ ਹੈਬਰ ਭੂਮਦਾਨ। ਨਿਉਲੀ ਕਰਮ ਕਰੈ ਬੋ ਆਸਨ, ਜੈਨ ਮਾਰਗ ਸੰਜਮਤ ਸਾਧਨ। ਨਿਮਖ ਕਰ ਸਰੀਰ ਕਟਾਵੈ, ਤਉ ਭੀ ਹਉਮੈ ਮੈਲ ਨ ਜਾਵੈ। ਹਰਿ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਬਾਹੇ। ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨ ਮਨ ਤੇ ਹੁਟੈ। ਸੋਚ ਕਰੈ ਦਿਨ ਸਿਰ ਰਾਤ, ਮਨ ਕੀ ਮੈਲਨ ਤਨ ਤੇ ਜਾਤ। ਇਸ ਦੇਹੀ ਕੋ ਬੋ ਸਾਧ ਨ ਕਰੈ, ਮਨ ਤੇ ਕਬੂ ਨ ਵਿਖਿਆ ਟਰੈ। ਜਲ ਧੋਵੈ ਬੋ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਭੀਤ। ਮਨ ਹਰਿ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਭਮੂਚ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨੇਕ ਯਤਨ ਕਰ ਤ੍ਰਿਸ਼ਨ ਨ ਤਰਾਪੈ। ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਪਾਪ ਦਰਗਾ ਨਹੀਂ ਸਿਜੈ। ਛੂਟ ਸਨਾਹੀ ਊਪਿਆਲ, ਮੋਹਿ ਵਿਆਪੈ ਮਾਇਆ ਜਾਲ। ਅਬਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਹਰਿ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿ ਸੁਭਾਏ। ਹਰਿ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿ ਸੁਭਾਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ
ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਹਜ਼ੂਰੀ ਅੰਦਰ ਜੁੜਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਆਓ ਲੜੀਵਾਰ ਕਥਾ ਵਿਚਾਰ ਨਾਲ ਜੁੜੀਏ। ਚੱਲ ਰਿਹਾ ਸ਼ਹਾਦਤ ਵਾਲਾ ਹਫ਼ਤਾ, ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ, ਨਿੱਕੀਆਂ ਜਿੰਦਾਂ ਵੱਡਾ ਸਾਕਾ, ਇਤਿਹਾਸ ਨੂੰ ਸਮਰਪਿਤ ਆਪਾਂ ਰੋਜ਼ਾਨਾ ਵਿਚਾਰਾਂ ਕਰਦੇ ਹਾਂ ਜੀ। ਆਓ ਗੁਰੂ ਕੀ ਵਿਚਾਰ ਨੂੰ ਆਪਣੇ ਹਿਰਦੇ ਅੰਦਰ ਵਸਾਈਏ, ਆਪਣੇ ਜੀਵਨ ਅੰਦਰ ਵਸਾਈਏ। ਲੜੀਵਾਰ ਵਿਚਾਰ ਚੱਲ ਰਹੀ ਹੈ ਜਿਹੜੀ ਜੀ ਸੁਖਮਨੀ ਸਾਹਿਬ ਦੀ ਬਾਣੀ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 265, ਤੀਸਰੀ ਅਸ਼ਟਪਦੀ ਚੱਲੀ ਹੈ ਲੜੀਵਾਰ ਜੀ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਸ਼ਲੋਕ ਦੇ ਅੰਦਰ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਸਤਿਗੁਰੂ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਸ਼ਲੋਕ ਦੇ ਰਾਹੀਂ ਬੜਾ ਪਿਆਰਾ ਸੁਨੇਹਾ ਦੇ ਰਹੇ ਨੇ। ਪਾਤਸ਼ਾਹ ਜੀ ਇਸ ਸ਼ਲੋਕ ਦੇ ਰਾਹੀਂ ਕਹਿ ਰਹੇ ਨੇ, ਬੜੀਆਂ ਸਿਮਰਤੀਆਂ, ਬੜੇ ਸ਼ਾਸਤਰ ਪੇਖੇ ਨੇ, ਵੇਖੇ ਨੇ, ਫਰੋਲ ਕੇ ਢੰਡੋਲ ਕੇ। ਸਤਿਗੁਰੂ ਮਹਾਰਾਜ ਇੱਥੇ ਜਿਹੜੀ ਵਿਚਾਰ ਆਪਾਂ ਨੂੰ ਦੇ ਰਹੇ ਨੇ ਜੀ, ਪਾਤਸ਼ਾਹ ਜੀ ਕਹਿ ਰਹੇ ਨੇ ਬਹੁਤ ਸ਼ਾਸਤਰ ਤੇ ਬਹੁਤ ਸਿਮਰਤੀਆਂ ਸਾਰੇ ਅਸਾਂ ਖੋਜ ਕੇ ਵੇਖ ਲਏ ਨੇ। ਇਹ ਪੁਸਤਕ ਕਈ ਤਰ੍ਹਾਂ ਦੀਆਂ ਗਿਆਨ ਦੀ ਚਰਚਾ ਤੇ ਕਈ ਧਾਰਮਿਕ ਭਾਈਚਾਰਕ ਰਸਮਾਂ ਸਿਖਾਉਂਦੇ ਹਨ, ਪਰ ਇਹ ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀਆਂ। ਧਾਰਮਿਕ ਪੁਸਤਕਾਂ, ਸਿਮਰਤੀਆਂ, ਸ਼ਾਸਤਰ, ਹੇ ਨਾਨਕ ਪ੍ਰਭੂ ਦੇ ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਇੱਥੇ ਅੱਖਰੀ ਅਰਥ ਨੇ ਜੀ ਜਿਹੜੇ ਮੈਂ ਰੂਟੀਨ ਵਿੱਚ ਪੜ੍ਹੇ ਨੇ। ਇੱਥੇ ਮਹਾਰਾਜ ਕਹਿੰਦੇ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਬੜੇ ਬੜੇ ਸ਼ਾਸਤਰ ਸਿਮਰਤੀਆਂ ਸਾਰੀਆਂ ਪੜ੍ਹ ਕੇ ਖੋਜ ਕੇ ਵੇਖ ਲਈਆਂ ਨੇ। ਪੂਜਸ ਨਾਹੀ ਹਰ ਹਰੇ, ਹੇ ਰੱਬ ਜੀ ਤੇਰੇ ਤੁੱਲ ਤੇਰੇ ਬਰਾਬਰ ਇਹ ਪਹੁੰਚ ਨਹੀਂ ਸਕਦੀਆਂ। ਨਾਨਕ ਨਾਮ ਅਮੋਲ, ਰੱਬ ਦੇ ਨਾਮ ਦੀ ਕੋਈ ਕੀਮਤ ਨਹੀਂ ਹੈ। ਇੱਕ ਤਾਂ ਹੁੰਦੀ ਹੈ ਵੀ ਇੰਨੀ ਕੀਮਤ ਆ ਵਸਤੂ ਦੀ, ਇੰਨੀ ਕੀਮਤ ਵਿੱਚ ਲੈ ਜਾ ਸਕਦਾ, ਪਰ ਜਿਹੜਾ ਰੱਬ ਦਾ ਨਾਮ ਹੈ ਉਹਦੀ ਕੋਈ ਕੀਮਤ ਥੋੜ੍ਹਾ, ਉਹਨੂੰ ਆਪਾਂ ਖਰੀਦ ਨਹੀਂ ਸਕਦੇ। ਬੰਦਾ ਦੁਨੀਆ ਅੰਦਰ ਬਹੁਤ ਕੁਝ ਸੰਸਾਰ ਅੰਦਰ ਵਿਚਰਦਾ, ਦੁਨੀਆ ਦੇ ਤਮਾਮ ਸੁੱਖ ਖਰੀਦ ਲੈਂਦਾ ਹੈ। ਸਰੀਰਕ ਤੌਰ 'ਤੇ ਬੜਾ ਕੁਝ ਖਰੀਦ ਸਕਦਾ ਬੰਦਾ, ਪਰ ਮਨ ਦਾ ਸੁੱਖ ਕਦੇ ਨਹੀਂ ਖਰੀਦਿਆ ਜਾ ਸਕਦਾ। ਮਨ ਦਾ ਸੁੱਖ ਗੁਰਬਾਣੀ ਦਿੰਦੀ ਹੈ, ਗੁਰੂ ਦੀ ਵਿਚਾਰ ਦਿੰਦੀ ਹੈ। ਅੱਗੇ ਮਹਾਰਾਜ ਸ਼ਲੋਕ ਤੋਂ ਅੱਗੇ ਜਿਹੜੀ ਅਸ਼ਟਪਦੀ ਸ਼ੁਰੂ ਹੁੰਦੀ ਹੈ ਜੀ, ਮਹਾਰਾਜ ਕਹਿ ਰਹੇ ਨੇ ਜਾਪ ਤਾਪ ਗਿਆਨ ਸਭ ਧਿਆਨ, ਖੱਟ ਸਿਮਰਤ ਖੱਟ ਸ਼ਾਸਤਰ ਸਿਮਰਤ ਬਖਿਆਨ। ਇੱਥੇ ਜਾਪ ਦਾ ਅਰਥ ਧਿਆਨ ਨਾਲ ਸਮਝੋ ਜੀ, ਵੇਦ ਆਦਿਕ ਦੇ ਮੰਤਰਾਂ ਜਾਂ ਦੇਵਤਿਆਂ ਦੇ ਨਾਮ ਨੂੰ ਸਹਿਜੇ ਸਹਿਜੇ ਉਚਾਰਨਾ। ਤਾਪ ਦਾ ਅਰਥ ਨਾਲ ਸਰੀਰ ਨੂੰ ਦੇ ਦੁਆਲੇ ਧੂਣੀਆਂ ਤਪਣੀਆਂ। ਮੈਂ ਬਹੁਤ ਵਾਰ ਗੱਲ ਕੀਤੀ ਹੈ, ਗੁਰਮਤ ਦਾ ਇਹਨਾਂ ਚੀਜ਼ਾਂ ਨਾਲ ਕੋਈ ਸੰਬੰਧ ਨਹੀਂ ਹੈ। ਠੀਕ ਹੈ, ਕਿਸੇ ਦਾ ਮਤ ਹੋ ਸਕਦਾ ਹੈ। ਸਾਡੇ ਧਰਮ ਦੇ ਅੰਦਰ, ਗੁਰਬਾਣੀ ਦੇ ਅੰਦਰ ਕਿਤੇ ਇਹ ਗੱਲ ਲਿਖੀ ਨਹੀਂ ਮਿਲੂਗੀ ਵੀ ਰੱਬ ਦਾ ਸਿਮਰਨ ਕਰਨ ਵਾਸਤੇ, ਰੱਬ ਨੂੰ ਚੇਤੇ ਕਰਨ ਵਾਸਤੇ ਆਪਣੇ ਸਰੀਰ ਦੇ ਦੁਆਲੇ ਧੂਣੀਆਂ ਤਪਾਓ, ਆਪਣੇ ਸਰੀਰ ਨੂੰ ਬਰਫ਼ ਦੇ ਵਿੱਚ ਰੱਖੋ, ਆਪਣੇ ਸਰੀਰ ਉੱਤੇ ਠੰਡਾ ਪਾਣੀ ਪਾਓ। ਕਿਤੇ ਨਹੀਂ ਲਿਖਿਆ ਜੀ ਬਾਣੀ ਵਿੱਚ। ਗੁਰੂ ਸਾਹਿਬ ਨੇ, ਬਾਬਾ ਕਬੀਰ ਜੀ ਨੇ ਪਤਾ ਕੀ ਗੱਲ ਆਖੀ, ਬਨਾਰਸੀ ਤਪ ਕਰੇ ਉਲਟ, ਆਗਨ ਦਾ ਕਾਇਆ ਕਲਪ ਕੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਮੋਹਰ ਲਾਈ ਆ ਬਾਬੇ ਕਬੀਰ ਨੇ। ਮਹਾਰਾਜ ਕਹਿੰਦੇ ਭਾਵੇਂ ਪੁੱਠਾ ਲਟਕ ਕੇ ਤਪ ਕਰ ਲੈ, ਇਹਦਾ ਕੋਈ ਬਹੁਤਾ ਲਾਭ ਨਹੀਂ ਹੈ। ਜੋਗ ਦੇ ਕਰਮ ਹੋ ਸਕਦੇ ਨੇ, ਰੱਬ ਦੇ ਮਿਲਾਪ ਵਾਲੇ ਕਰਮ ਨਹੀਂ, ਕਿਉਂਕਿ ਸਰੀਰ ਅੰਦਰ ਬੈਠਾ ਖਰਾਬੀ ਪਤਾ ਕੌਣ ਕਰਦਾ? ਮਨ ਕਰਦਾ।
ਜ਼ੋਰ ਸਰੀਰ ਤੇ ਲਾਈ ਜਾਂਦੇ ਆ, ਮਨ ਤੇ ਕੋਈ ਜ਼ੋਰ ਲਾਉਂਦਾ ਨਹੀਂ। ਗੁਰੂ ਦੀ ਬਾਣੀ ਕਹਿੰਦੀ ਮਨ ਉੱਤੇ ਜ਼ੋਰ ਲਾ ਜਿਹੜਾ ਤੈਨੂੰ ਟਿਕਣ ਨਹੀਂ ਦਿੰਦਾ। ਇਹ ਫਜ਼ੂਲ ਆ ਸਭ ਕੁਝ, ਧੂਣੇ ਤਪਣੇ ਜਪ ਤਪੇ ਸਭ ਕੁਝ ਫਜ਼ੂਲ ਕਿਹਾ ਮਹਾਰਾਜ ਨੇ। ਹਾਂ, ਗੁਰਬਾਣੀ ਦਾ ਜਾਪ ਕਰਨਾ, ਵਾਹਿਗੁਰੂ ਦਾ ਜਾਪ ਕਰਨਾ, ਮੂਲ ਮੰਤਰ ਦਾ ਜਾਪ ਕਰਨਾ ਕਰ ਸਕਦੇ ਹਾਂ ਜੀ, ਟਿਕਾ ਮਿਲਦਾ, ਸ਼ਾਂਤੀ ਮਿਲਦੀ ਹੈ। ਪਰ ਗੁਰੂ ਸਾਹਿਬ ਨੇ ਗੁਰਬਾਣੀ ਅੰਦਰ ਪਖੰਡ ਨੂੰ ਮੁੱਢੋਂ ਰੱਦ ਕੀਤਾ ਹੈ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਬਖਿਆਨ। ਖਟ ਦਾ ਅਰਥ ਹੁੰਦਾ ਜੀ 6 ਸ਼ਾਸਤਰਾਂ ਦੀ ਗੱਲ ਕੀਤੀ, ਸਿਮਰਤੀਆਂ ਦੀ ਗੱਲ ਕੀਤੀ। ਇਹ ਵਿਖਿਆਨ ਕਰਦੇ ਨੇ ਚੀਜ਼ਾਂ ਦਾ, ਵੀ ਇਸ ਤਰ੍ਹਾਂ ਪੁੱਠੇ ਲਟਕੋ। ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ। ਜੋਗ ਦੇ ਕਰਮ ਕਰਨੇ, ਇਹ ਸਭ ਜੋਗ ਦੇ ਕਰਮ ਨੇ ਜੀ, ਧਰਮ ਦੇ ਕਰਮ ਨਹੀਂ। ਸਗਲ ਤਿਆਗ ਬਨ ਮੱਧੇ ਫਿਰਿਆ। ਮਹਾਰਾਜ ਕਹਿੰਦੇ ਸਭ ਕੁਝ ਤਿਆਗ ਕੇ, ਸਭ ਕੁਝ ਛੱਡ ਕੇ, ਆਪਣੇ ਪਰਿਵਾਰ ਨੂੰ ਤਿਆਗ ਕੇ ਜੰਗਲਾਂ ਵਿੱਚ ਭਟਕਦਾ ਰਿਹਾ, ਫਿਰਦਾ ਰਿਹਾ। ਸਗਲ ਤਿਆਗ, ਸਾਰਾ ਕੁਝ ਛੱਡ ਕੇ ਬਨ ਮੱਧੇ ਫਿਰਿਆ। ਅੱਗੇ ਮਹਾਰਾਜ ਕਹਿ ਰਹੇ ਨੇ ਅਨੇਕ ਪ੍ਰਕਾਰ ਕੀਏ ਬੋ ਯਤਨਾ, ਅਨੇਕਾਂ ਪ੍ਰਕਾਰਾਂ ਦੇ ਨਾਲ ਯਤਨ ਕਰਦਾ ਹੈ। ਪੁੰਨ ਦਾਨ ਹਉਮੈ ਬੋ ਰਤਨਾ, ਪੁੰਨ ਦਾਨ ਵੀ ਕਰਦਾ। ਪੁੰਨ ਦਾਨ ਕਰਕੇ ਅੰਦਰ ਪਤਾ ਕੀ ਪਾਲ ਲਈ, ਹਉਮੈ ਨੂੰ ਪਾਲ ਕੇ ਬੈਠਿਆ, ਮੈਂ ਪੁੰਨ ਕਰਿਆ, ਮੈਂ ਦਾਨ ਕਰਿਆ। ਅੱਗੇ ਮਹਾਰਾਜ ਕਹਿ ਰਹੇ ਨੇ ਸਰੀਰ ਕਟਾਏ ਹਉਮੈ ਕਰ ਰਾਤੀ, ਵਰਤ ਨੇਮ ਕਰੇ ਬੋ ਭਾਂਤੀ। ਸਤਿਗੁਰੂ ਜੀ ਕਹਿੰਦੇ ਸਰੀਰ ਕਟਾ ਲਿਆ ਇਹਨੇ, ਹਉਮੈ ਦੇ ਵਿੱਚ, ਹੰਕਾਰ ਦੇ ਵਿੱਚ ਸਰੀਰ ਨੂੰ ਕਟਾ ਰਿਹਾ। ਅੱਗੇ ਮਹਾਰਾਜ ਕਹਿ ਰਹੇ ਨੇ ਵਰਤ ਨੇਮ ਕਰੇ ਬੋ ਭਾਂਤੀ। ਵਰਤ ਵੀ ਰੱਖਦਾ, ਨੇਮ ਵੀ ਰੱਖਦਾ, ਬਹੁਤੇ ਅਨੇਕਾਂ ਤਰੀਕਿਆਂ ਨਾਲ। ਪਾਤਸ਼ਾਹ ਜੀ ਕਹਿੰਦੇ ਇਹਨਾਂ ਕਰਮਾਂ ਵਿੱਚੋਂ ਕੁਝ ਨਹੀਂ ਨਿਕਲਦਾ, ਵਰਤਾਂ ਵਿੱਚੋਂ, ਨੇਮਾਂ ਦੇ ਵਿੱਚੋਂ। ਕਿਉਂਕਿ ਗੱਲ ਤਾਂ ਮਨ ਨੂੰ ਮਜ਼ਬੂਤ ਕਰਨ ਦੀ ਹੈ, ਗੱਲ ਤਾਂ ਮਨ ਨੂੰ ਸਮਝਾਉਣ ਦੀ ਹੈ। ਅੱਗੇ ਮਹਾਰਾਜ ਨੇ ਇੱਕ ਨਿਚੋੜ ਦਿੱਤਾ ਜੀ, ਨਹੀਂ ਤੁਲ ਰਾਮ ਨਾਮ ਵਿਚਾਰ। ਜਿੰਨੇ ਉੱਪਰਲੇ ਕਰਮ ਆਪਾਂ ਗੱਲ ਕਰਕੇ ਆਏ ਨਾ ਜੀ, ਪੁੱਠਾ ਲਟਕਣਾ, ਜਲ ਧਾਰੇ ਕਰਨੇ, ਸਮਾਧੀਆਂ ਲਾਉਣੀਆਂ, ਪਿੰਡੇ ਤੇ ਸਵਾਹ ਮਲਣੀ, ਸੰਸਾਰ ਛੱਡ ਦੇਣਾ, ਪਰਿਵਾਰ ਛੱਡ ਦੇਣਾ, ਸਾਰਾ ਕੁਝ ਕਰਕੇ ਵੀ ਮਹਾਰਾਜ ਕਹਿੰਦੇ ਨਹੀਂ ਤੁਲ। ਤੁਲ ਦਾ ਅਰਥ ਆ ਬਰਾਬਰ। ਕਿਹਦੇ ਬਰਾਬਰ ਨਹੀਂ? ਰਾਮ ਨਾਮ ਵਿਚਾਰ, ਰੱਬ ਦੇ ਨਾਮ ਦੇ ਬਰਾਬਰ ਇਹ ਕੋਈ ਗੱਲਾਂ ਨਹੀਂ ਬੈਠਦੀਆਂ। ਆਪਾਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਪੜ੍ਹਦੇ ਹਾਂ ਜੀ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਲਿਵਤਾਰ ਦਾ ਅਰਥ ਇੱਕ ਤਾਰ ਸਮਾਧੀ। ਸਮਾਧੀ ਲਾਉਣੀ ਆ ਤਾਂ ਮਨ ਦੀ ਲਵਾ, ਸਰੀਰ ਦਾ ਥੋੜਾ ਕੁਝ ਬਣਨਾ। ਅੱਗੇ ਮਹਾਰਾਜ ਕਹਿ ਰਹੇ ਨੇ ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਗੁਰੂ ਦੀ ਸ਼ਰਨ ਪੈ ਕੇ ਇੱਕ ਵਾਰ ਉਸ ਮਾਲਕ ਦਾ ਨਾਮ ਧਿਆ, ਮਾਲਕ ਦਾ ਨਾਮ ਜਪ। ਅਗਲੀ ਪੰਕਤੀ ਦੇ ਅੰਦਰ, ਅਗਲੇ ਬੰਦ ਅੰਦਰ ਮਹਾਰਾਜ ਕਹਿ ਰਹੇ ਨੇ ਜੀ, ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਤ ਤਪੀ ਸਰ ਥੀਵੈ। ਜੋ ਪਾਤਸ਼ਾਹ ਜੀ ਕਹਿ ਰਹੇ ਨੇ ਜੇ ਕੋਈ ਮਨੁੱਖ ਸਾਰੀ ਧਰਤੀ ਤੇ ਫਿਰੇ, ਲੰਮੀ ਉਮਰ ਦੀ ਕਾਮਨਾ ਕਰੇ, ਪਾਤਸ਼ਾਹ ਜੀ ਕਹਿੰਦੇ ਜਗਤ ਵੱਲੋਂ ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਵੇ। ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਤ ਤਪੀ ਸਰਤੀ। ਬੜਾ ਵੀ ਮੇਰੇ ਵਰਗਾ ਕੋਈ ਤਪੀ ਨਹੀਂ ਹੈਗਾ। ਆਗਨ ਮਾਏ ਹੋਮਤ ਪ੍ਰਾਨ, ਅਨੇਕ ਅਸ਼ਬ ਹੈਬਰ ਭੂਮਦਾਨ। ਮਹਾਰਾਜ ਕਹਿੰਦੇ ਆਪਣੇ ਪ੍ਰਾਣਾਂ ਨੂੰ ਅੱਗ ਦੇ ਵਿੱਚ ਕਲਪਾਵੇ, ਤੜਫਾਵੇ। ਅੱਗੇ ਮਹਾਰਾਜ ਕਹਿੰਦੇ ਅਨੇਕ ਅਸ਼ਬ ਹੈਬਰ ਭੂਮਦਾਨ, ਘੋੜੇ ਦਾਨ ਕਰੇ, ਹਾਥੀ ਦਾਨ ਕਰੇ। ਪਾਤਸ਼ਾਹ ਜੀ ਕਹਿ ਰਹੇ ਨੇ ਨਿਉਲੀ ਕਰਮ ਕਰੇ ਬੋ ਆਸਨ, ਜੈਨ ਮਾਰਗ ਸੰਜਮਤ ਸਾਧਨ। ਨਿਉਲੀ ਕਰਮ ਦਾ ਅਰਥ ਧਿਆਨ ਨਾਲ ਸਮਝਿਓ ਜੀ। ਸਤਿਗੁਰ ਮਹਾਰਾਜ ਇੱਥੇ ਕਹਿ ਰਹੇ ਨੇ ਜੀ ਯੋਗ ਦਾ ਇਹ ਸਾਧਨ ਹੈ ਜਿਸ ਨਾਲ ਆਂਦਰਾਂ ਸਾਫ਼ ਕੀਤੀਆਂ ਜਾਂਦੀਆਂ ਨੇ। ਬਾਹਰ ਸਾਹ ਕੱਢਣਾ ਅਤੇ ਅੰਦਰ ਵੱਲ ਖਿੱਚਣਾ, ਫਿਰ ਆਂਦਰਾਂ ਨੂੰ ਇਕੱਠੀਆਂ ਕਰਕੇ ਘੁਮਾਈਦਾ ਹੈ। ਇਹ ਸਾਧਨ ਸਵੇਰੇ ਖਾਲੀ ਪੇਟ ਕਰ। ਇਹ ਦੇਖੋ ਯੋਗ ਦਾ ਇੱਕ ਯੋਗ ਦੇ ਕਰਮ ਤਾਂ ਹੋ ਸਕਦੇ ਨੇ, ਪਰ ਰੱਬ ਦੇ ਮਿਲਾਪ ਵਾਲੇ ਕਰਮ ਨਹੀਂ, ਨਿਉਲੀ ਕਰਮ। ਸਾਹ ਅੰਦਰ ਲੈ ਜਾਣਾ, ਬਾਹਰ ਕੱਢਣਾ,
ਅੰਦਰਾਂ ਸਾਫ਼ ਕਰਨ ਵਾਲਾ ਤਰੀਕਾ ਹੋ ਸਕਦਾ ਹੈ, ਪਰ ਰੱਬ ਦੇ ਮਿਲਾਪ ਵਾਲਾ ਤਰੀਕਾ ਨਹੀਂ ਹੈ। ਗੁਰੂ ਸਾਹਿਬ ਜੀ ਕਹਿੰਦੇ ਨਿਉਲੀ ਕਰਮ ਕਰੈ ਵੋ ਆਸਨ, ਆਸਨ ਬਥੇਰੇ ਕਰਦਾ। ਜੈਨ ਮਾਰਗ ਸੰਜਮਤ ਸਾਧਨ, ਜੈਨੀਆਂ ਵਾਲੇ ਮਾਰਗ ਵੀ ਕਰਦਾ। ਗੁਰੂ ਸਾਹਿਬ ਨੇ ਸਾਰੇ ਜਿੰਨੇ ਵੀ ਮਤ ਮਤੰਤਰ ਸੀ ਨਾ, ਮਹਾਰਾਜ ਨੇ ਸਾਰੀ ਗੱਲ ਕੀਤੀ ਆਪਣੀ ਬਾਣੀ ਅੰਦਰ। ਜੈਨੀਆਂ ਦੇ ਕਰਮ ਪਤਾ ਕੀ ਨੇ ਜੀ? ਗੁਰੂ ਸਾਹਿਬ ਨੇ ਬਾਣੀ ਅੰਦਰ ਵੀ ਜ਼ਿਕਰ ਕੀਤਾ, ਫੋਲ ਫਦੀਅਤ ਮੂੰਹ ਲੈਣ ਪੜਾਸਾਂ, ਪਾਣੀ ਦੇਖ ਸੰਘਾਈ, ਪਾਣੀ ਤੋਂ ਦੂਰ ਭੱਜਦੇ ਨੇ ਜੈਨੀ। ਪਤਾ ਕੀ ਭਰਮ ਬਣਿਆ? ਜੇ ਅਸੀਂ ਪਾਣੀ ਪੀ ਲਿਆ, ਇਸ਼ਨਾਨ ਕਰ ਲਿਆ, ਕਿਤੇ ਸਾਡੇ ਕੋਲੋਂ ਜੀਵ ਦੀ ਹੱਤਿਆ ਨਾ ਹੋ ਜਾਵੇ, ਇਸ ਕਰਕੇ ਉਹ ਜੂਠਾ ਵੀ ਖਾਂਦੇ ਨੇ। ਉਹਨਾਂ ਦੇ ਧਰਮ ਨੂੰ ਕਦੇ ਪੜ੍ਹਿਓ ਵਿਚਾਰਿਓ ਜੀ। ਬਾਣੀ ਅੰਦਰ ਵੀ ਇਹ ਗੱਲਾਂ ਦਾ ਜ਼ਿਕਰ ਕੀਤਾ ਗੁਰੂ ਸਾਹਿਬ ਜੀ ਨੇ। ਫੋਲ ਫਦੀਅਤ, ਪੜਾਸਾ ਲੈਣੀ ਗੰਦਗੀ ਦੀ, ਇਹ ਗੁਰਬਾਣੀ ਵਿੱਚ ਪੰਕਤੀਆਂ ਲਿਖੀਆਂ ਹੋਈਆਂ ਨੇ। ਪਰ ਮਹਾਰਾਜ ਕਹਿੰਦੇ ਜੈਨ ਮਾਰਗ ਸੰਜਮਤ ਸਾਧਨ, ਜੈਨੀਆਂ ਵਾਲੇ ਮਾਰਗ ਵੀ ਕਰਕੇ ਵੇਖ ਲੈ। ਨਿਮਖ ਨਿਮ ਕਰ ਸਰੀਰ ਕਟਾਵੈ, ਰਤਾ ਰਤਾ ਕਰਕੇ, ਥੋੜਾ ਥੋੜਾ ਕਰਕੇ ਸਰੀਰ ਵੀ ਕਟਾ ਲਿਆ। ਤਾਂ ਵੀ ਹਉਮੈ ਮੈਲ ਨਾ ਜਾਵੇ, ਸਾਧਨ ਸਾਰੇ ਕਰਕੇ ਵੇਖ ਲੈ, ਹਉਮੈ ਫਿਰ ਵੀ ਨਹੀਂ ਗਈ। ਜੈਨੀਆਂ ਵਾਲੇ ਵੀ ਕਰ ਲਏ, ਨਿਉਲੀ ਕਰਮ ਵੀ ਕਰ ਲਏ, ਧਰਤੀ ਦਾ ਭਰਮਣ ਵੀ ਕਰ ਲਿਆ, ਪਰ ਅੰਦਰ ਦੀ ਮੈਲ ਨਹੀਂ ਉਤਰੀ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ, ਹਰ ਕੇ ਨਾਮ ਸਮਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਹੇ ਭਾਈ, ਇਹ ਸਾਰਾ ਕੁਝ ਆ ਨਾ ਜਿਹੜਾ ਤੂੰ ਕਰਿਆ, ਇਹ ਰੱਬ ਦੇ ਨਾਮ ਬਰਾਬਰ ਨਹੀਂ ਟਿਕ ਸਕਦਾ। ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ ਪੈ ਕੇ ਉੱਚੀ ਅਵਸਥਾ ਮਿਲ ਜਾਂਦੀ ਹੈ, ਟਿਕਾ ਮਿਲ ਜਾਂਦਾ। ਅੱਗੇ ਸਤਿਗੁਰੂ ਜੀ ਅਗਲੀ ਪੰਕਤੀ ਵਿੱਚ ਕਹਿ ਰਹੇ ਨੇ ਜੀ, ਮਨ ਕਾਮਨਾ ਤੀਰਥ ਦੇ ਛੁੱਟੈ, ਗਰਭ ਗੁਮਾਨ ਅਮਨ ਤੇ ਹੁੱਟੈ। ਕਈ ਪ੍ਰਾਣੀਆਂ ਦੇ ਮਨ ਵਿੱਚ ਇੱਛਾ ਹੁੰਦੀ ਹੈ ਤੀਰਥਾਂ ਤੇ ਜਾ ਕੇ ਸਰੀਰਕ ਚੋਲਾ ਛੱਡਿਆ ਜਾਵੇ। ਇਸ ਤਰ੍ਹਾਂ ਵੀ ਮਹਾਰਾਜ ਕਹਿੰਦੇ ਹੰਕਾਰ ਮਨ ਵਿੱਚੋਂ ਨਹੀਂ ਘਟਦਾ। ਕਈ ਲੋਕਾਂ ਦੇ ਖਿਆਲ ਹੁੰਦੇ ਨੇ ਜੀ, ਬੜੇ ਲੋਕ ਹੈ ਵੀ ਮੈਂ ਫਲਾਣੇ ਤੀਰਥ ਉੱਤੇ ਜਾ ਕੇ ਪ੍ਰਾਣ ਤਿਆਗਾਂ, ਵੀ ਖੌਰੇ ਮੈਨੂੰ ਅੱਗੇ ਸਵਰਗ ਮਿਲ ਜੂਗਾ, ਖੌਰੇ ਮੈਨੂੰ ਕੋਈ ਵੱਖਰੀ ਜਗ੍ਹਾ ਮਿਲ ਜੂਗੀ। ਮਹਾਰਾਜ ਕਹਿੰਦੇ ਮਨ ਕਾਮਨਾ, ਮਨ ਦੀ ਕਾਮਨਾ, ਤੀਰਥ ਦੇ ਛੁੱਟੈ, ਤੀਰਥ ਤੇ ਮੇਰਾ ਸਰੀਰ ਛੁੱਟ ਜਾਵੇ। ਗਰਭ ਗੁਮਾਨ ਨਾ ਮਨ ਤੇ ਹੁੱਟੇ, ਸਾਰੀ ਜ਼ਿੰਦਗੀ ਮਨ ਵਿੱਚੋਂ ਹੰਕਾਰ ਨਹੀਂ ਕੱਢਿਆ, ਆਸ ਕਰਦਾ ਤੀਰਥ ਉੱਤੇ ਮੈਂ ਮਰਾਂ ਜਾ ਕੇ। ਇਹੀ ਗੱਲ ਦਾ ਹੰਕਾਰ ਚੱਕੀ ਫਿਰਦਾ ਰਿਹਾ। ਮਹਾਰਾਜ ਕਹਿੰਦੇ ਸੋਚ ਕਰੈ, ਇਹਦਾ ਅਰਥ ਧਿਆਨ ਨਾਲ ਸਮਝਿਓ ਜੀ। ਇੱਕ ਤਾਂ ਜਿਹੜਾ ਆਪਾਂ ਸੋਚਣ ਸਮਝਣ ਦੀ ਗੱਲ ਕਰਦੇ ਹਾਂ, ਇੱਕ ਹੁੰਦਾ ਸੋਚ ਕਰੈ, ਇਹਦਾ ਅਰਥ ਪਵਿੱਤਰਤਾ ਤੋਂ ਲਿਆ ਗਿਆ ਇੱਥੇ ਜੀ। ਜਿਵੇਂ ਆਪਾਂ ਪਹਿਲੀ ਪੰਕਤੀ ਪੜ੍ਹਦੇ ਹਾਂ ਜੀ ਜਪਜੀ ਸਾਹਿਬ ਦੀ ਪੌੜੀ, ਸੋਚੈ ਸੋਚ ਨਾ, ਉਹਦਾ ਅਰਥ ਵੀ ਪਵਿੱਤਰਤਾ ਤੋਂ ਲਿਆ ਗਿਆ। ਉੱਥੇ ਪਵਿੱਤਰਤਾ ਦੀ ਗੱਲ ਕਰ ਰਹੀ ਹੈ, ਚੱਲ ਰਹੀ ਹੈ। ਇੱਥੇ ਵੀ ਉਹੀ ਗੱਲ ਚੱਲ ਰਹੀ ਹੈ। ਮਹਾਰਾਜ ਕਹਿੰਦੇ ਸੋਚ ਕਰੈ ਦਿਨ ਅਰ ਰਾਤ, ਦਿਨ ਅਤੇ ਰਾਤ ਕਹਿੰਦਾ ਮੇਰੇ ਵਰਗਾ ਕੋਈ ਸੁੱਚਾ ਕੋਈ ਨਹੀਂ ਹੈ। ਬਾਹਰੋਂ ਬਾਹਰੋਂ ਤਾਂ ਬਹੁਤ ਸੁੱਚਾ ਬਣ ਗਿਆ। ਮਹਾਰਾਜ ਕਹਿੰਦੇ ਮਨ ਕੀ ਮੈਲ ਨਾ ਤਨ ਤੇ ਜਾਤ, ਮਨ ਦੀ ਮੈਲ ਨਹੀਂ ਉਤਰੀ, ਤਨ ਦੀ ਤਾਂ ਤਾਰੀ ਜਾਂਦਾ ਤੀਰਥਾਂ ਦੀ ਚੁੱਭੀਆਂ ਲਾ ਕੇ। ਜਿਹਨੂੰ ਮਹਾਰਾਜ ਕਹਿੰਦੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਮਨ ਉਹੋ ਜਿਹੀ ਹੈ, ਗੁਰਦੁਆਰੇ ਵੀ ਜਾਇਆ ਏ ਬੜੀਆਂ ਥਾਵਾਂ ਤੇ, ਪਰ ਮਨ ਨਹੀਂ ਸਾਫ਼ ਹੋਇਆ। ਗੁਰਬਾਣੀ ਬਾਰ-ਬਾਰ ਜਿਹੜੀ ਮੋਹਰ ਲਾਉਂਦੀ ਹੈ, ਗੱਲ ਕਰਦੀ ਹੈ, ਭਾਈ ਮਨ ਨੂੰ ਪਵਿੱਤਰ ਬਣਾ। ਇਸ ਦੇਹੀ ਕੋ ਬੋ ਸਾਧਨਾ ਕਰੈ, ਮਨ ਤੇ ਕਬੂ ਨਾ ਵਿਖਿਆ ਟਰੈ। ਸਾਧਨਾ ਬਹੁਤ ਕਰਦਾ, ਉਪਰਾਲੇ ਬਹੁਤ ਕਰਦਾ, ਪਰ ਮਨ ਵਿੱਚੋਂ ਵਿਖਿਆ ਨਹੀਂ ਨਿਕਲਦੀ, ਜ਼ਹਿਰ ਨਹੀਂ ਨਿਕਲਦੀ। ਅੱਗੇ ਮਹਾਰਾਜ ਕਹਿ ਰਹੇ ਨੇ ਜਲ ਧੋਵੇ ਬਹੁ ਦੇ ਅਨੀਤ, ਸੁੱਧ ਕਹਾਵੇ ਕਾਚੀ ਭੀਤ। ਜਲ ਦੇ ਨਾਲ, ਪਾਣੀ ਦੇ ਨਾਲ ਸਰੀਰ ਨੂੰ ਬਹੁਤ ਵਾਰ ਧੋ ਲਿਆ। ਮਹਾਰਾਜ ਕਹਿੰਦੇ ਸੁੱਧ ਕਹਾਵੇ ਕਾਚੀ ਭੀਤ। ਇਹ ਕੱਚੀ ਭੀਤ, ਇਹ ਕੱਚਾ ਘੜਾ, ਇਹ ਸਰੀਰ ਮਿੱਟੀ ਦਾ ਜਿਹੜਾ ਹੈ, ਇਹ ਸੁੱਧ ਕਿਵੇਂ ਹੋਵੇਗਾ? ਸਰੀਰ ਨੂੰ ਧੋਈ ਜਾ ਰਿਹਾ ਜਲ ਦੇ ਨਾਲ, ਪਾਣੀ ਦੇ ਨਾਲ, ਪਰ ਮਨ ਤਾਂ ਕਦੇ ਧੋਏ ਹੀ ਨਹੀਂ। ਮਹਾਰਾਜ ਕਹਿੰਦੇ ਮਨ ਹਰ ਕੇ ਨਾਮ ਕੀ ਮਹਿਮਾ ਊਚ। ਹੇ ਮੇਰੇ ਮਨ, ਰੱਬ ਦੇ ਨਾਮ ਦੀ ਮਹਿਮਾ ਬਹੁਤ ਉੱਚੀ ਹੈ। ਪਾਤਸ਼ਾਹ ਜੀ ਕਹਿੰਦੇ ਨਾਨਕ ਨਾਮ ਉਧਰੇ ਪਤਿਤ ਬਹੁ ਮੂਚ। ਪਤਿਤ ਬੰਦੇ, ਪਤਿਤ ਬੰਦੇ ਨਾ,
ਰੱਬ ਦਾ ਨਾਮ ਜਪ ਕੇ ਤਰ ਗਏ ਨੇ। ਹੇ ਮੇਰੇ ਮਨ ਤੂੰ ਕਿਉਂ ਨਹੀਂ ਤਰੇਂਗਾ? ਅਪਰਾਧੀ ਪਾਪੀ ਤਰ ਗਏ ਨੇ ਰੱਬ ਦਾ ਨਾਮ ਜਪ ਕੇ। ਸਤਿਗੁਰ ਮਹਾਰਾਜ 4 ਨੰਬਰ ਬੰਦ ਅੰਦਰ ਕਹਿ ਰਹੇ ਨੇ, ਜੇ ਆਪਾਂ ਸੰਖੇਪ ਅੰਦਰ ਥੋੜ੍ਹੇ ਅਰਥ ਕਰ ਰਹੇ ਹਾਂ, ਇਤਿਹਾਸ ਦੀ ਵਿਚਾਰ ਵੀ ਕਰਨੀ ਹੈ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨੇਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ। ਜੀਵ ਮਨੁੱਖ ਬਹੁਤ ਚਤੁਰਾਈਆਂ ਦੇ ਨਾਲ ਰਹਿਣ ਦਾ ਯਤਨ ਕਰਦਾ, ਵੀ ਜਮਾਂ ਦਾ ਡਰ ਦੂਰ ਕਰਦਾ। ਪਾਤਸ਼ਾਹ ਜੀ ਕਹਿ ਰਹੇ ਨੇ, ਅਨੇਕ ਯਤਨ ਕਰ ਤ੍ਰਿਸ਼ਨਾ ਧਰਾਪੈ। ਬੜੀਆਂ ਚਤੁਰਾਈਆਂ ਕਰਦਾ, ਸਿਆਣਪਾ ਕਰਦਾ, ਜਮ ਕਾ ਭਉ ਵਿਆਪੈ, ਜਮਾਂ ਦਾ ਡਰ ਇਹਨੂੰ ਵਿਆਪਦਾ ਰਹਿੰਦਾ। ਅਨੇਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ, ਅੰਦਰ ਦੀ ਤ੍ਰਿਸ਼ਨਾ ਨਹੀਂ ਬੁਝੀ, ਭੇਖ ਅਨੇਕ ਅਗਨ ਨਹੀਂ ਬੁਝੈ। ਪਾਤਸ਼ਾਹ ਜੀ ਕਹਿੰਦੇ ਬੜੇ ਧਾਰਮਿਕ ਭੇਖ ਨਾਲ ਤ੍ਰਿਸ਼ਨਾ ਦੀ ਅੱਗ ਵੀ ਨਹੀਂ ਬੁਝੀ। ਕੋਟ ਅਪਾਪ ਦਰਗਾਹ ਨਹੀਂ ਸਿੱਝੈ। ਪਾਤਸ਼ਾਹ ਜੀ ਅੱਗੇ ਕਹਿ ਰਹੇ ਨੇ, ਕਰੋੜਾਂ ਤਰੀਕੇ ਵਰਤਿਆ ਵੀ ਪ੍ਰਭੂ ਦੀ ਦਰਗਾਹ ਵਿੱਚ ਟਿਕਾਣਾ ਨਹੀਂ ਮਿਲਦਾ, ਥਾਂ ਨਹੀਂ ਮਿਲਦੀ। ਛੁੱਟ ਸੁਨਾਈ ਉਹ ਪਿਆਲ, ਮੋਹ ਵਿਆਪੈ ਮਾਇਆ ਜਾਲ। ਮਹਾਰਾਜ ਕਹਿੰਦੇ ਇਹਨਾਂ ਯਤਨਾਂ ਦੇ ਸਦਕਾ ਛੁੱਟਿਆ ਨਹੀਂ ਜਾ ਸਕਦਾ। ਇਸ ਪਾਤਸ਼ਾਹ ਜੀ ਕਹਿ ਰਹੇ ਨੇ, ਚਾਹੇ ਆਕਾਸ਼ ਤੇ ਚੜ੍ਹ ਜਾਵੇ, ਚਾਹੇ ਪਤਾਲ ਵਿੱਚ ਵੜ ਜਾਏ। ਮਹਾਰਾਜ ਕਹਿੰਦੇ ਛੁੱਟ ਸੁਨਾਈ ਉਹ ਪਿਆਲ, ਮੋਹ ਵਿਆਪੈ ਮਾਇਆ ਜਾਲ। ਮਾਇਆ ਨੇ ਜਾਲ ਪਾ ਕੇ ਰੱਖਿਆ ਹੋਇਆ। ਅਬਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਰ ਤਿਲ ਨਹੀਂ ਮੰਨੈ। ਇਹ ਸਭ ਕਰਤੂਤਾਂ ਕਰਕੇ ਵੇਖ ਲਏ ਮਹਾਰਾਜ ਕਹਿੰਦੇ। ਹੋਰ ਸਾਰੀਆਂ ਕਰਤੂਤਾਂ ਨੂੰ ਯਮਰਾਜ ਡੰਨ ਲੈਂਦਾ ਹੈ। ਪਾਤਸ਼ਾਹ ਜੀ ਕਹਿੰਦੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿ ਸੁਭਾਏ ਭਾਈ। ਅੰਦਰ ਦਾ ਦੁੱਖ ਮਾਲਕ ਦਾ ਨਾਮ ਜਪ ਕੇ ਦੂਰ ਹੋ ਸਕਦਾ ਹੈ, ਨਿਕਲ ਸਕਦਾ। ਗੁਰੂ ਕਿਰਪਾ ਕਰੇ ਜੀ। ਇੱਕ ਲੜੀ ਦੇ ਤਹਿਤ ਜਿਹੜੀ ਆਪਾਂ ਵਿਚਾਰ ਕੀਤੀ ਹੈ, ਸੁਖਮਨੀ ਸਾਹਿਬ ਦੀ ਤੀਸਰੀ ਅਸ਼ਟਪਦੀ ਹੈ ਜੀ। ਮਹਾਰਾਜ ਨੇ ਬਾਹਰੀ ਕਰਮ ਕਾਂਡਾਂ ਤੇ, ਬਾਹਰੀ ਵਿਖਾਵੇ ਤੇ, ਬਾਹਰੀ ਭੇਖ ਤੇ ਚੋਟ ਕੀਤੀ ਹੈ। ਫੋਕੇ ਜਪ ਤੱਕ ਤਪ, ਫੋਕੀਆਂ ਸਮਾਧੀਆਂ ਦਾ ਕੋਈ ਅਰਥ ਨਹੀਂ ਹੈ। ਪੁੱਠਾ ਲਟਕਣਾ, ਜਲ ਧਾਰੇ ਕਰਨੇ, ਗੁਰਮਤਿ ਨੇ ਇਹਨੂੰ ਮਾਨਤਾ ਨਹੀਂ ਦਿੱਤੀ। ਸਾਡਾ ਸੰਵਿਧਾਨ, ਸਾਡਾ ਧਰਮ ਇਹ ਗੱਲ ਨੂੰ ਮਾਨਤਾ ਨਹੀਂ ਦਿੰਦਾ। ਸਤਿਗੁਰ ਮਹਾਰਾਜ ਨੇ ਮਨ ਨੂੰ ਸੁੱਚਾ ਕਰਨ ਦੀ ਗੱਲ ਵਾਰ-ਵਾਰ ਕੀਤੀ ਹੈ ਬਾਣੀ ਅੰਦਰ। ਸਰੀਰ ਦੀ ਸਫਾਈ ਦੀ ਵੀ ਗੱਲ ਕੀਤੀ ਹੈ। ਗੁਰੂ ਕਿਰਪਾ ਕਰੇ ਜੀ। ਆਓ ਗੁਰਮੁਖੋ ਲੜੀਵਾਰ ਇਤਿਹਾਸ ਨਾਲ ਜੁੜੀਏ। ਕੱਲ੍ਹ ਦਾ ਜਿਹੜਾ ਦਿਨ ਸੀ, ਕੱਲ੍ਹ ਆਪਾਂ ਵਿਚਾਰ ਕੀਤੀ ਸੀ, ਆਨੰਦਪੁਰ ਦਾ ਕਿਲ੍ਹਾ ਛੱਡਿਆ। ਆਨੰਦਾਂ ਦੀ ਪੁਰੀ ਸ਼ਹਿਨਸ਼ਾਹ ਦਸ਼ਮੇਸ਼ ਪਿਤਾ ਨੇ ਛੱਡ ਦਿੱਤੀ। ਸਤਿਗੁਰੂ ਸਾਹਿਬ ਦਾ ਜਿਹੜਾ ਪਰਿਵਾਰ ਆ, ਸਰਸਾ ਦੇ ਕੰਢੇ ਤੇ ਪਹੁੰਚਦਾ ਹੈ। ਆਪਾਂ ਸਾਰੇ ਜਾਣਦੇ ਹਾਂ ਜੀ, ਇਹਨਾਂ ਦਿਨਾਂ ਦੇ ਵਿੱਚ ਜੋ ਗੁਰੂ ਪਰਿਵਾਰ ਨਾਲ ਵਾਪਰਿਆ ਹੋਇਆ, ਵੱਡੇ ਰਾਈਟਰਾਂ ਨੇ, ਇਤਿਹਾਸਕਾਰਾਂ ਨੇ ਲਿਖਤਾਂ ਦੇ ਅੰਦਰ ਉਹ ਦਰਦ ਬਿਆਨ ਕੀਤਾ, ਦੱਸਿਆ। ਆਪਾਂ ਜਿਹੜੀ ਅੱਜ ਵਿਚਾਰ ਕਰਨੀ ਹੈ, ਜਦੋਂ ਜਿਸ ਵਕਤ ਗੁਰੂ ਸਾਹਿਬ ਦਾ ਪਰਿਵਾਰ ਸਰਸਾ ਦੇ ਕੰਢੇ ਤੇ ਪਹੁੰਚਦਾ ਹੈ, ਸਤਿਗੁਰ ਮਹਾਰਾਜ ਆਨੰਦਪੁਰ ਦਾ ਕਿਲ੍ਹਾ ਖਾਲੀ ਕਰਕੇ ਅਜੇ ਕੀਰਤਪੁਰ